ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਦਾ ਇੰਦਰਾ ਸਰਕਾਰ ਤੇ ਵੱਡਾ ਬਿਆਨ। ਕਿਹਾ ਪਹਿਲਾਂ ਖੁਦ ਵਧਾਇਆ ਪਿੰਡਰਾਵਾਲਾ ਦਾ ਕੱਦ, ਬਾਅਦ ਦੇ ਵਿੱਚ ਖਤਮ ਕਰਨ ਦੇ ਦਿੱਤੇ ਹੁਕਮ, ਪਰ ਉਦੋਂ ਤੱਕ ਹੋ ਚੁੱਕੀ ਸੀ ਦੇਰ। ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ G20 ਮੀਟਿੰਗ ਦੀ ਕੀਤੀ ਸ਼ੁਰੂਆਤ। 2 ਰੋਜ਼ਾ ਸੰਮੇਲਨ ਦੇ ਵਿੱਚ 20 ਦੇਸ਼ਾਂ ਦੇ 100 ਡੈਲੀਗੇਟ ਲੈ ਰਹੇ ਹਿੱਸਾ। ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਹੋਵੇਗੀ ਮੀਟਿੰਗ। ਲਾਰੈਂਸ ਬਿਸ਼ਨੋਈ ਗੈਂਗ ਦਾ ਖਤਰਨਾਕ ਗੈਂਗਸਟਰ ਕਾਕਾ ਨੇਪਾਲੀ ਤੇ ਉਸ ਦਾ ਸਾਥੀ ਕਾਬੂ। ਖਰੜ ਤੋਂ ਮੋਹਾਲੀ ਸਪੈਸ਼ਲ ਆਪਰੇਸ਼ਨ ਸੈੱਲ ਨੇ ਕੀਤਾ ਗ੍ਰਿਫਤਾਰ। ਕਤਲ, ਲੁੱਟ, ਖੋਹ ਤੇ ਗੈਂਗਵਾਰ ਦੇ ਕਈ ਮਾਮਲੇ ਨੇ ਦਰਜ। ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼। ਡਰੱਗ ਤਸਕਰ ਰਸ਼ਪਾਲ ਪਾਲਾ ਗ੍ਰਿਫਤਾਰ। 12.25 ਲੱਖ ਦੀ ਡਰੱਗ ਮਨੀਆ ਤੇ 5 ਕਿਲੋ ਹੈਰੋਇਨ ਬਰਾਮਦ। ਫਰੀਦਕੋਟ ਕੇਂਦਰੀ ਜੇਲ੍ਹ ਚੋਂ ਫਿਰ ਮਿਲੇ ਮੋਬਾਈਲ। ਪੁਲਿਸ ਨੇ 14 ਮੋਬਾਈਲ ਸਮੇਤ ਤੰਬਾਕੂ ਪਦਾਰਥ ਕੀਤਾ ਬਰਾਮਦ। 5 ਹਵਾਲਾਤੀਆਂ ਖਿਲਾਫ ਕੇਸ ਦਰਜ। ਅੱਜ ਸ਼੍ਰੀਨਗਰ ਦੇ ਵਿੱਚ ਨਜ਼ਰ ਆਵੇਗੀ ਵਿਰੋਧੀ ਧਿਰ ਦੀ ਤਾਕਤ। ਭਾਰਤ ਜੋੜੋ ਯਾਤਰਾ ਖਤਮ ਹੋਣ ਤੇ ਰਾਹੁਲ ਕਰਨਗੇ ਵੱਡੀ ਰੈਲੀ। ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਰਹੇਗੀ ਮੌਜੂਦ। ਉੱਤਰ ਭਾਰਤ ਦੇ ਵਿੱਚ ਬਦਲਿਆ ਮੌਸਮ ਦਾ ਮਿਜਾਜ਼। ਪੰਜਾਬ, ਹਰਿਆਣਾ ਦੇ ਸਣੇ ਦਿੱਲੀ NCR ਦੇ ਵਿੱਚ ਹੋਈ ਬਾਰਿਸ਼ ਦੇ ਨਾਲ ਡਿੱਗਿਆ ਪਾਰਾ। ਮੌਸਮ ਵਿਭਾਗ ਨੇ ਅੱਜ ਵੀ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਜਤਾਈ ਸੰਭਾਵਨਾ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਵੱਡੀ ਸਟੇਟਮੈਂਟ ਤੋਂ, ਜੋ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਹੈ, ਜੋ ਭਿੰਡਰਾਵਾਲਾ ਨੂੰ ਲੈ ਕੇ ਹੈ, ਜੋ ਇੰਦਰਾ ਗਾਂਧੀ ਨੂੰ ਲੈ ਕੇ ਹੈ। ਫਿਰ ਤੋਂ ਦੱਸ ਦਈਏ ਕਿ ਆਪਰੇਸ਼ਨ ਬਲੂ ਸਟਾਰ ਦਾ ਜਿੰਨ ਨਿਕਲਿਆ ਹੈ। ਜੀ ਹਾਂ, ਜਨਰਲ ਕੁਲਦੀਪ ਬਰਾੜ ਨੇ, ਜਿਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਭਿੰਡਰਾਵਾਲਾ ਨੂੰ ਲੈ ਕੇ ਬਿਆਨ ਦਿੱਤਾ ਹੈ ਔਰ ਕਿਹਾ ਕਿ ਇੰਦਰਾ ਗਾਂਧੀ ਨੇ ਭਿੰਡਰਾਵਾਲਾ ਦਾ ਕੱਦ ਵਧਾਇਆ ਸੀ। ਉਹਨਾਂ ਨੇ ਕਿਹਾ ਕੱਦ ਵਧਾਉਣ ਤੋਂ ਬਾਅਦ ਖਤਮ ਕਰਨ ਦੇ ਹੁਕਮ ਦੇ ਦਿੱਤੇ ਗਏ, ਯਾਨੀ ਕਿ ਕੱਦ ਪਹਿਲਾਂ ਵਧਾਇਆ ਗਿਆ। ਇਸ ਦਾ ਮਤਲਬ ਹੈ ਕਿ ਜਾਣਬੁੱਝ ਕੇ ਅਜਿਹਾ ਕੀਤਾ ਗਿਆ ਸਾਰਾ ਕੁਝ। ਉਸ ਤੋਂ ਬਾਅਦ ਜੋ ਹੈ ਇਹ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ। ਜੋ ਕੁਝ ਹੋਇਆ ਸੀ 6 ਜੂਨ 1984 ਨੂੰ ਹਰਮੰਦਰ ਸਾਹਿਬ ਦੇ ਵਿੱਚ, ਜੋ ਜਿਸ ਤਰੀਕੇ ਦੇ ਨਾਲ ਫੌਜ ਨੇ ਕਾਰਵਾਈ ਕੀਤੀ ਸੀ, ਤਾਂ ਇਹ ਵੱਡੀ ਸਟੇਟਮੈਂਟ ਦਿੱਤੀ ਹੈ। ਕੱਦ ਵਧਾਉਣ ਤੋਂ ਬਾਅਦ ਖਤਮ ਕਰਨ ਦੇ ਹੁਕਮ ਦਿੱਤੇ ਗਏ ਭਿੰਡਰਾਵਾਲਾ ਨੂੰ। ਇੰਦਰਾ ਗਾਂਧੀ ਨੇ ਬਹੁਤ ਦੇਰ ਦੇ ਵਿੱਚ ਐਕਸ਼ਨ ਲਿਆ, ਇਹ ਵੀ ਉਹਨਾਂ ਨੇ ਕਿਹਾ ਹੈ। ਜਨਰਲ ਬਰਾੜ ਨੇ ਹੀ ਦੱਸੀ ਕਿ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ ਔਰ ਉਸ ਦੇ ਬਾਅਦ ਹੁਣ ਇਹ ਵੱਡੀ ਸਟੇਟਮੈਂਟ ਜਿਹੜੀ ਹੈ ਉਸ ਨੂੰ ਕਾਫੀ ਜ਼ਿਆਦਾ ਅਹਿਮੀਅਤ ਦੇ ਨਾਲ ਵੇਖਿਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਇਹ ਵੱਡੀ ਸਟੇਟਮੈਂਟ ਜਿਹੜੀ ਹੈ ਉਹ ਬਹੁਤ ਕੁਝ ਬਿਆਨ ਕਰ ਰਹੀ ਹੈ। Law and order had totally broken down. A feeling of Khalistan was slowly building up. Bhindranwale was fully in control of the state. Indira Gandhi allowed him to become a Frankenstein. You could see Bhindranwale every year what was happening. But when he reached the pinnacle, now to finish him off, now destroy him. It's too late. General Sundarji personally picked me up without thinking whether I'm a Sikh or a Gujarati or a Parsi or a Christian. I'm a soldier. Law and order had totally broken down. A feeling of Khalistan was slowly building up. Bhindranwale was fully in control of the state. Indira Gandhi allowed him to become a Frankenstein. You could see Bhindranwale every year what was happening. But when he reached the pinnacle, now to finish him off, now destroy him. It's too late. General Sundarji personally picked me up without thinking whether I'm a Sikh or a Gujarati or a Parsi or a Christian. I'm a soldier. Law and order had totally broken down. A feeling of Khalistan was slowly building up. Bhindranwale was fully in control of the state. Indira Gandhi allowed him to become a Frankenstein. You could see Bhindranwale every year what was happening. But when he reached the pinnacle, now to finish him off, now destroy him. It's too late. General Sundarji personally picked me up without thinking whether I'm a Sikh or a Gujarati or a Parsi. ਤਾਂ
ਤਾਂ ਇਹ ਸਟੇਟਮੈਂਟ ਤੁਹਾਨੂੰ ਸੁਣਾਈ ਹੈ ਔਰ ਹਾਲਾਂਕਿ ਇਹ ਅੰਗਰੇਜ਼ੀ ਦੇ ਵਿੱਚ ਜਨਰਲ ਜਿਹੜੇ ਨੇ ਕੁਲਦੀਪ ਬਰਾੜ ਗੱਲ ਕਰ ਰਹੇ ਨੇ, ਪਰ ਪੰਜਾਬੀ ਦੇ ਵਿੱਚ ਵੀ ਗ੍ਰਾਫਿਕ ਦੇ ਜ਼ਰੀਏ ਲਿਖਤੀ ਤੌਰ ਤੇ ਤੁਹਾਨੂੰ ਦਿਖਾ ਰਹੇ ਕਿ ਆਖਰਕਾਰ ਇਸ ਕੁਝ ਮਿੰਟ ਦੀ ਕਹਿ ਲਈਏ ਕਿ ਇਸ ਆਡੀਓ ਕਲਿੱਪ ਵੀਡੀਓ ਕਲਿੱਪ ਦੇ ਵਿੱਚ ਸਾਫ਼ ਤੌਰ ਤੇ ਜੋ ਕਹਿਣਾ ਚਾਹੁੰਦੇ ਨੇ ਜਨਰਲ ਕੁਲਦੀਪ, ਤਾਂ ਉਸ ਦੇ ਵਿੱਚ ਇਹ ਦਰਸਾਇਆ ਗਿਆ ਹੈ, ਉਹ ਕਹਿਣਾ ਚਾਹੁੰਦੇ ਨੇ ਕਿ ਭਿੰਡਰਾਂਵਾਲਾ ਨੂੰ ਖੁਦ ਜਿਹੜਾ ਹੈ ਇਹਨਾਂ ਪੀਕ ਤੇ ਜਾਣ ਦਿੱਤਾ, ਯਾਨੀ ਕਿ ਜਿਸ ਤੱਕ ਉਹਨਾਂ ਦਾ ਜਿੱਥੇ ਤੱਕ ਉਹਨਾਂ ਦਾ ਕੱਦ ਵਧਿਆ ਸੀ ਇਹ ਸਾਰਾ ਅਲਾਉ ਕੀਤਾ ਇੰਦਰਾ ਗਾਂਧੀ ਨੇ ਉਸ ਵੇਲੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੱਕਦਮ ਤੋਂ ਡੇਗਿਆ ਗਿਆ ਔਰ ਫਿਰ ਇਹ ਹੁਕਮ ਸੁਣਾ ਦਿੱਤੇ ਗਏ, ਔਰ ਜਦਕਿ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਐਕਸ਼ਨ ਲਿਆ ਇੰਦਰਾ ਗਾਂਧੀ ਨੇ ਪਰ ਉਸ ਸਮੇਂ ਤੱਕ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਸੀ। ਤਾਂ ਇੱਕ ਵੱਡੀ ਸਟੇਟਮੈਂਟ ਜਿਹੜੀ ਹੈ ਜਨਰਲ ਕੁਲਦੀਪ ਬਰਾੜ ਨੇ ਦਿੱਤੀ ਹੈ। ਤਾਂ ਜੋ ਕੁਝ ਉਸ ਵੇਲੇ ਹੋਇਆ ਉਸਦਾ ਵਾਰ-ਵਾਰ ਸਮੇਂ-ਸਮੇਂ ਤੇ ਜ਼ਿਕਰ ਹੁੰਦਾ। 1984 ਦਾ ਰੋਜ਼ਾਨਾ ਦੇ ਵਾਂਗ ਅਸੀਂ ਕਹਿ ਸਕਦੇ ਹਾਂ ਕਿ ਸਟੇਟਮੈਂਟ 'ਚ ਜ਼ਿਕਰ ਹੁੰਦਾ ਕਿ ਜੋ ਵੀ ਹੋਇਆ ਗਲਤ ਹੋਇਆ, ਕਾਂਗਰਸ ਸਰਕਾਰ ਨੇ ਜੋ ਕੀਤਾ ਗਲਤ ਹੋਇਆ, ਔਰ ਹੁਣ ਇਸ ਕਰਕੇ ਜਨਰਲ ਕੁਲਦੀਪ ਬਰਾੜ ਦੀ ਇਹ ਸਟੇਟਮੈਂਟ ਜਿਹੜੀ ਹੈ ਅਹਿਮੀਅਤ ਰੱਖਦੀ ਹੈ, ਇਸ ਕਦਰ ਅਹਿਮੀਅਤ ਰੱਖਦੀ ਹੈ ਕਿਉਂਕਿ ਇਹਨਾਂ ਨੇ ਖੁਦ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ, ਯਾਨੀ ਕਿ ਜੋ ਆਪਰੇਸ਼ਨ ਉੱਥੇ ਕੀਤਾ ਗਿਆ, ਜੋ ਕਾਰਵਾਈ ਫੌਜ ਨੇ ਕੀਤੀ ਸੀ, ਤਾਂ ਉਸ ਦੀ ਅਗਵਾਈ ਕਰ ਰਹੇ ਸਨ ਜਨਰਲ ਬਰਾੜ, ਔਰ ਉਹਨਾਂ ਦੇ ਵੱਲੋਂ ਇਹ ਵੱਡਾ ਖੁਲਾਸਾ ਅਸੀਂ ਕਹਿ ਸਕਦੇ ਹਾਂ ਕੀਤਾ ਗਿਆ ਹੈ। ਵੱਡੀ ਸਟੇਟਮੈਂਟ ਦਿੱਤੀ ਗਈ ਹੈ ਕਿ ਇੰਦਰਾ ਗਾਂਧੀ ਨੇ ਪਹਿਲਾਂ ਭਿੰਡਰਾਂਵਾਲਾ ਨੂੰ ਸਭ ਕੁਝ ਅਲਾਉ ਕੀਤਾ, ਜੋ ਜਿਸ ਤਰੀਕੇ ਦੀ ਉਸ ਵੇਲੇ ਉਹ ਖਾਲਿਸਤਾਨ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਨੇ ਸ਼ਬਦਾਂ ਦਾ ਵਰਤੋਂ ਕੀਤੀ ਹੈ ਕਿ ਖਾਲਿਸਤਾਨ ਦੀ ਭਾਵਨਾ ਜਿਹੜੀ ਹੈ ਉਹ ਜਦੋਂ ਉੱਠ ਰਹੀ ਸੀ ਤਾਂ ਉਸ ਨੂੰ ਪਹਿਲਾਂ ਅਲਾਉ ਕੀਤਾ ਗਿਆ, ਉਹ ਸਾਰਾ ਕੁਝ ਕਰਨ ਤੋਂ ਅਲਾਉ ਕੀਤਾ ਗਿਆ, ਔਰ ਹੌਲੀ-ਹੌਲੀ ਉਸ ਨੂੰ ਆਬਜ਼ਰਵ ਕੀਤਾ ਜਾ ਰਿਹਾ ਸੀ ਕਿ ਹਰ ਸਾਲ ਜੋ ਹੈ ਉਹ ਨਜ਼ਰ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ। ਤਾਂ ਇਹ ਬਹੁਤ ਵੱਡੀ ਸਟੇਟਮੈਂਟ ਜਿਹੜੀ ਹੈ ਨਜ਼ਰ ਆਈ ਹੈ। ਤਾਂ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਵਰਸਤ ਸਿੰਘ ਵਲਟੋਹਾ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ। ਵਲਟੋਹਾ ਸਾਹਿਬ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇੱਕ ਸਟੇਟਮੈਂਟ ਹੈ ਜਨਰਲ ਬਰਾੜ ਉਹਨਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇੰਦਰਾ ਗਾਂਧੀ ਨੇ ਕੱਦ ਵਧਾਇਆ ਭਿੰਡਰਾਂਵਾਲਾ ਦਾ, ਉਸ ਤੋਂ ਬਾਅਦ ਫਿਰ ਹੁਕਮ ਦਿੱਤੇ ਗਏ ਆਪਰੇਸ਼ਨ ਬਲੂ ਸਟਾਰ ਦੇ। ਦੇਖੋ, ਜਿਸ ਤੱਕ ਕੁਲਦੀਪ ਬਰਾੜ ਦਾ ਸਵਾਲ ਹੈ, ਇਹਦੇ ਵਿੱਚ ਹੰਕਾਰ ਇੰਨਾ ਕੁ ਜ਼ਿਆਦਾ ਸੀਗਾ ਜਿਸ ਸਮੇਂ ਇਹਦੀ ਡਿਊਟੀ ਲੱਗਦੀ ਹੈ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ। ਪਹਿਲੀ ਤੇ ਗੱਲ ਹੈ ਕਿ ਇਹ ਇੱਕ ਸਿੱਖ ਸੀ ਤੇ ਜਦੋਂ ਇਹ ਆਰਮੀ 'ਚ ਭਰਤੀ ਹੋਇਆ ਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਹੁੰ ਚੁਕਾਈ ਗਈ ਸੀਗੀ। ਧਰਮ ਦੇ ਨਾਂ ਤੇ ਸਹੁੰ ਚੁੱਕਦੇ ਆ ਜਿਹੜੇ ਫੌਜੀ ਹੁੰਦੇ ਨੇ ਵੱਖ-ਵੱਖ ਧਰਮਾਂ ਦੇ। ਇਹਨੂੰ ਉਦੋਂ ਸ਼ਰਮ ਨਹੀਂ ਆਈ, ਉਦੋਂ ਇਹਦੀ ਜ਼ਮੀਰ ਤੇ ਮਾੜਾ ਮੋਟਾ ਵੀ ਅਸਰ ਨਹੀਂ ਹੋਇਆ ਕਿ ਮੈਨੂੰ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਨ ਦੇ ਆਦੇਸ਼ ਦਿੱਤੇ ਜਾ ਰਹੇ। ਫਿਰ ਇਹਨੇ ਜਦੋਂ ਅੰਮ੍ਰਿਤਸਰ ਪਹੁੰਚ ਗਿਆ ਹੈ, ਇਹਨੇ ਸਾਰੇ ਆਫੀਸਰ ਇਕੱਠੇ ਕੀਤੇ, ਜਿਹੜਾ ਸਾਰਾ ਕੁਝ ਬਾਹਰ ਆ ਗਿਆ ਹੈ, ਔਰ ਉਹਨਾਂ ਆਫੀਸਰਾਂ ਨੇ ਮੀਟਿੰਗ ਦੇ ਵਿੱਚ ਜੋ ਕੁਛ ਇਹ ਬੋਲਿਆ, ਤੇ ਜੇ ਕਿਸੇ ਨੇ ਇਤਰਾਜ਼ ਕੀਤਾ ਤੇ ਉਹਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਕਿਸੇ ਨੇ ਕਿਹਾ ਕਿ ਜਿਹੜੇ ਤੁਸੀਂ ਕਦਮ ਚੁੱਕਣ ਲੱਗੇ ਜੇ ਇਹ ਤੁਹਾਨੂੰ ਭੁਲੇਖਾ ਆ ਕਿ ਸੰਤ ਭਿੰਡਰਾਂਵਾਲੇ ਜਿਹੜੇ ਨੇ ਉਹ ਕਦਾਚਿਤ ਵੀ ਸਮਰਪਣ ਨਹੀਂ ਕਰਨਗੇ। ਤੇ ਇਹਨੇ ਏਡਾ ਹੰਕਾਰੀ ਸੀ, ਕਹਿੰਦਾ ਕਿ ਜਦੋਂ ਤੋਪਾਂ ਗੂੰਜਦੀਆਂ ਨੇ ਤੇ ਫਿਰ ਵੱਡਿਆਂ ਦੀਆਂ ਲੱਤਾਂ ਕੰਬਦੀਆਂ ਨੇ ਤੇ 1 ਘੰਟੇ 'ਚ ਕਰੂੰਗਾ। ਤੇ ਜਦੋਂ ਮੂੰਹ ਦੀ ਖਾਣੀ ਪਈ, ਜਦੋਂ ਵੱਡਾ ਨੁਕਸਾਨ ਹੋ ਗਿਆ, ਤੇ ਫਿਰ ਇਹ ਬੰਦਾ ਦਿਮਾਗੀ ਤੌਰ ਤੇ ਉਦੋਂ ਦਾ ਹਿੱਲਿਆ ਹੋਇਆ ਹੈ। ਇਹਨੂੰ ਸੰਤ ਭਿੰਡਰਾਂਵਾਲੇ ਜਿਹੜੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕੀਤਾ, ਜਿਸ ਜੁਰਤ ਨਾਲ ਕੀਤਾ, ਜਿਸ ਜਜ਼ਬੇ ਨਾਲ ਕੀਤਾ, ਇਹਨੂੰ ਕਦਾਚਿਤ ਆਸ ਹੀ ਨਹੀਂ ਸੀ। ਇਹ ਸਮਝਦਾ ਕਿ ਇਹੀ ਕਦ ਵੱਡਾ ਆ ਕਿ ਮੈਨੂੰ ਅੱਗੋਂ ਮੂੰਹ ਦੀ ਖਾਣੀ ਪੈ ਗਈ। ਅਸਲ 'ਚ ਕੀ ਹੈ, ਦੇਖੋ, ਜਿਹੜਾ ਮੋਰਚਾ ਲੱਗਾ ਸੀਗਾ 19 ਜੁਲਾਈ 1982 ਨੂੰ ਸੰਤ ਭਿੰਡਰਾਂਵਾਲੇ ਨੇ ਲਾਇਆ ਸੀਗਾ, ਉਹ ਲਾਇਆ ਸੀ ਕੇਵਲ ਤੇ ਕੇਵਲ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਰਿਹਾਈ ਕਰਨ ਵਾਸਤੇ। ਤੇ ਉਸੇ ਦਿਨ ਕਰ ਦਿੰਦੇ, 10 ਦਿਨਾਂ ਬਾਅਦ ਕਰ ਦਿੰਦੇ ਤੇ ਮੋਰਚਾ ਖਤਮ ਸੀ ਗਿਆ। ਫਿਰ ਜਿਹੜਾ ਸੰਤ ਭਿੰਡਰਾਂਵਾਲਿਆਂ ਤੇ ਅਕਾਲੀ ਦਲ ਨੇ ਰਲ ਕੇ 4 ਅਗਸਤ 1982 ਤੋਂ ਧਰਮ ਯੁੱਧ ਮੋਰਚਾ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਲੱਗਾ ਸੀਗਾ, ਉਸ ਮਤੇ ਨੂੰ ਪ੍ਰਵਾਨ ਕਰ ਲੈਂਦੇ। ਹਾਂਜੀ, ਤੇ ਇਹਦੇ 'ਚ ਕੱਦ ਵਧਾਉਣ ਵਾਲੀ ਕਿਹੜੀ ਗੱਲ ਹੈ, ਜਦੋਂ ਲੋਕਾਂ ਦਾ ਅਥਾਹ ਪਿਆਰ ਹੁੰਗਾਰਾ ਸੰਤਾਂ ਨੂੰ ਮਿਲਿਆ ਹੈ। ਔਰ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਜਿਹੜੀ ਇੰਦਰਾ ਗਾਂਧੀ ਦੀ ਸਿਆਸਤ ਸੀਗੀ, ਉਹਨੇ ਕੇਵਲ ਤੇ ਕੇਵਲ ਪੂਰੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਉਹਦਾ ਜਿਹੜਾ ਸ਼ਿਕਾਰ ਹੈ ਜਨਰਲ ਬਰਾੜ ਵੀ ਹੋਇਆ ਆ, ਲੱਗਦਾ ਆ ਕਿ ਉਹਨੇ ਇੱਕ ਅਜਿਹਾ ਮਾਹੌਲ ਸਿਰਜ ਦਿੱਤਾ
ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਹੋਵੇ ਦੇ ਤੌਰ ਤੇ ਪੇਸ਼ ਕਰਤਾ ਔਰ ਉਹਦੇ ਪਿੱਛੇ ਮਕਸਦ ਸਿਰਫ ਇੱਕੋ ਇੱਕ ਸੀਗਾ ਕਿ ਪੋਲਰਾਈਜੇਸ਼ਨ, ਜਿਹੜੀ ਵੋਟਾਂ ਦੀ ਪੋਲਰਾਈਜੇਸ਼ਨ ਆ, ਮੈਂ ਉਹਨੂੰ ਕਰਾਂ ਕਿ ਸਿੱਖਾਂ ਦਾ ਹੂਆ ਖੜਾ ਕਰਕੇ। ਤੇ ਜਦੋਂ ਉਹਨੇ ਆਪਰੇਸ਼ਨ ਬਲੂ ਸਟਾਰ ਕੀਤਾ ਹੈ, ਦਰਬਾਰ ਸਾਹਿਬ ਤੇ ਹਮਲਾ ਕੀਤਾ ਆ, ਤੇ ਉਸ ਤੋਂ ਬਾਅਦ ਉਹਦਾ ਮਕਸਦ ਸਿਰਫ ਇੱਕੋ ਇੱਕ ਸੀਗਾ ਕਿ ਮੈਂ ਜਿਹੜਾ ਬਾਕੀ ਹਿੰਦੁਸਤਾਨ ਹੈ, ਦੇਸ਼ ਹੈ, ਉਹਦੇ ਵਿੱਚੋਂ ਵੋਟਾਂ ਲੈ ਸਕਾਂ, ਉਹਦੇ 'ਚ ਕਾਮਯਾਬੀ ਹੋਏ। ਦੇਖੋ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਵੀ ਪ੍ਰਧਾਨ ਮੰਤਰੀ ਰਹੇ ਆ, ਪਰ ਉਹਨਾਂ ਨੂੰ ਵੀ ਕਦੀ ਇੰਨੀਆਂ ਸੀਟਾਂ ਨਹੀਂ ਸੀ ਮਿਲੀਆਂ ਜਿੰਨੀਆਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ, ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਕਾਂਗਰਸ ਨੂੰ ਮਿਲਦੀਆਂ ਨੇ। ਸਿਰਫ ਮਕਸਦ ਇਹ ਸੀ ਸਿਆਸਤ। ਤੇ ਔਰ ਸੰਤ ਭਿੰਡਰਾਂ ਵਾਲੇ ਠੋਕ ਕੇ ਕਹਿੰਦੇ ਸੀ ਮੈਂ ਅਕਾਲੀ ਹਾਂ, ਅਕਾਲੀ ਸੀ, ਅਕਾਲੀ ਰਹਾਂਗਾ। ਪਰ ਇੰਦਰਾ ਗਾਂਧੀ ਨੇ ਕੱਦ ਵਧਾਇਆ। ਇਹ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ ਬਲਟੋਆ ਸਾਹਿਬ? ਦੇਖੋ, ਤੁਸੀਂ ਭਲੀ ਭਾਂਤੀ ਜਾਣੂ ਹੋ ਸਾਰਾ ਕੁਝ ਕੀ ਹੋਇਆ, ਦੱਸ ਵੀ ਰਹੇ ਹੋ, ਤਾਂ ਫਿਰ ਇਸ ਦਾ ਕੀ ਮਤਲਬ ਇੱਥੇ ਵੇਖਿਆ ਜਾਵੇ? ਕਿਉਂਕਿ ਉਹ ਕਹਿ ਰਹੇ ਨੇ ਕਿ ਉਸੋ ਖਾਲਿਸਤਾਨ ਦਾ ਐਕਚੁਅਲੀ ਲੱਗ ਰਿਹਾ ਹੈ ਕਿ ਜਿਹੜਾ ਸਵਾਲ ਸਾਹਮਣੇ ਤੋਂ ਆਉਂਦਾ ਖਾਲਿਸਤਾਨ ਨੂੰ ਲੈ ਕੇ ਆਉਂਦਾ ਹੈ। ਜਿਸ ਤਰੀਕੇ ਦੇ ਨਾਲ ਹੁਣ ਤਸਵੀਰ ਜਿਹੜੀ ਆ, ਕਈ ਬਿਆਨਬਾਜ਼ੀਆਂ ਨੇ, ਕਈ ਲੋਕ ਜਿਹੜੇ ਨੇ ਉਹ ਲੈ ਕੇ ਇਸ ਨੂੰ ਤੁਰੇ ਹੋਏ ਨੇ, ਤਾਂ ਉਸ ਨੂੰ ਲੈ ਕੇ ਕੀਤਾ ਜਾਂਦਾ। ਤਾਂ ਫਿਰ ਉਹ ਦੱਸ ਰਹੇ ਨੇ, ਉਸ ਦੇ ਜਵਾਬ ਦੇ ਵਿੱਚ ਉਹ ਕਹਿ ਰਹੇ ਨੇ ਕਿ ਉਸ ਵੇਲੇ ਵੀ ਇਹ ਨਜ਼ਰ ਆਇਆ ਸੀ, ਉਸ ਵੇਲੇ ਵੀ ਨਜ਼ਰ ਆ ਰਿਹਾ ਸੀ ਕਿ ਇੱਕ ਸਾਲ ਤੇ ਇੱਕ ਸਾਲ ਬਾਅਦ ਕੀ ਕਾਰਵਾਈ ਹੋ ਰਹੀ ਹੈ, ਹੋ ਕੀ ਰਿਹਾ ਹੈ। ਐਕਚੁਅਲੀ ਉਹ 2-3 ਸਾਲਾਂ ਦਾ ਸ਼ਾਇਦ ਜ਼ਿਕਰ ਕਰ ਰਹੇ ਨੇ। ਤਾਂ ਫਿਰ ਉਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇੰਦਰਾ ਗਾਂਧੀ ਨੇ ਕੱਦ ਵਧਾਇਆ, ਉਸ ਤੋਂ ਬਾਅਦ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਕੁਝ ਨਹੀਂ ਰਿਹਾ, ਹੱਥ ਵਾਸ ਕੁਝ ਨਹੀਂ ਰਿਹਾ, ਫਿਰ ਉਹਨਾਂ ਨੇ ਹੁਕਮ ਦਿੱਤੇ ਸੀ। ਗੁਰੂ ਜੀ ਦੇਖੋ, ਜਨਰਲ ਬਰਾੜ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ ਤੇ ਹਮਲੇ ਵਾਸਤੇ 1 ਜੂਨ ਨੂੰ ਆਉਂਦਾ ਹੈ। ਅਸੀਂ ਜਦੋਂ ਮੋਰਚਾ ਸ਼ੁਰੂ ਹੋਇਆ ਆ, ਮੇਰੇ ਵਰਗੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਅਤ ਨਜ਼ਦੀਕੀਆਂ ਚ ਰਹੇ ਅਸੀਂ, ਔਰ ਉੱਥੇ ਕਿਸ ਤਰ੍ਹਾਂ ਦੀ ਮਨਸ਼ਾ ਸੀ, ਕੀ ਸੋਚ ਸੀਗੀ, ਉਹ ਅਸੀਂ ਜਾਣਦੇ ਹਾਂ। ਔਰ ਸੰਤ ਭਿੰਡਰਾਂ ਵਾਲੇ ਨੇ ਕਦੇ ਵੀ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ। ਪਹਿਲੇ ਤਾਂ ਮੈਂ ਦੱਸ ਦੇਵਾਂ, ਹਾਂ ਇਹ ਜ਼ਰੂਰ ਕਹਿੰਦੇ ਸੀ ਕਿ ਜੇ ਸਾਨੂੰ ਹਿੰਦੁਸਤਾਨ ਦੀ ਸਰਕਾਰ ਦਊਗੀ ਤੇ ਅਸੀਂ ਨਾ ਨਹੀਂ ਕਰਦੇ, ਅਸੀਂ ਨਾ ਨਹੀਂ ਕਰਦੇ। ਇੱਕ ਸ਼ਬਦ ਉਹਨਾਂ ਦਾ ਇਹੀ ਹੁੰਦਾ ਸੀ ਕਿ ਜਦੋਂ ਵਾਰ-ਵਾਰ ਪੱਤਰਕਾਰ ਸਵਾਲ ਕਰਦੇ ਸੀਗੇ, ਔਰ ਇੱਥੋਂ ਤੱਕ ਸੀਗੇ ਕਿ ਜੇ ਸਰਕਾਰ ਆਪਦੇ ਏਜੰਟੀ ਭੇਜਦੀ ਸੀ ਵੱਖ-ਵੱਖ, ਜਿੱਥੇ ਅਕਾਲੀ ਦਲ ਦੇ ਨਾਲ ਗੱਲ ਕਰਦੇ ਸੀ ਉੱਥੇ ਨਾਲ ਹੀ ਸੰਤਾਂ ਦੇ ਕੋਲੇ ਵੀ ਆਪਦੇ ਏਜੰਟੀ ਭੇਜਦੇ ਸੀ। ਔਰ ਸੰਤਾਂ ਨੇ ਸਾਡੇ ਵਰਗਿਆਂ ਦੇ ਨਾਲ ਜਿਹੜੇ, ਕਿਉਂਕਿ ਅਸੀਂ ਫੈਡਰੇਸ਼ਨ ਲੀਡਰਸ਼ਿਪ ਚਾਹੁੰਦੇ ਸੀ, ਅਸੀਂ ਸਿੱਧੇ ਰੂਪ 'ਚ ਬਾਬਾ ਜਰਨੈਲ ਸਿੰਘ ਹੋਰਾਂ ਨਾਲ, ਭਾਈ ਅਮਰੀਕ ਸਿੰਘ ਹੋਰਾਂ ਨਾਲ ਜੁੜੇ ਹੋਏ ਸੀ। ਔਰ ਕਦੀ ਸਾਨੂੰ ਬੜੇ ਖੁਸ਼ੀ ਦੇ ਅੰਦਾਜ਼ 'ਚ ਸੰਤਾਂ ਨੇ ਕਹਿ ਦੇਣਾ ਕਿ ਹੁਣ ਮੋਰਚੇ ਦੀ ਜਿੱਤ ਹੋ ਜਾਣੀ ਹੈ, ਤੇ ਫੈਡਰੇਸ਼ਨ ਵਾਲੇ ਤੁਸੀਂ ਦੱਸੋ ਜਦੋਂ ਆਪਾਂ ਮਾਰਚ ਕੱਢਣੇ ਆ ਪੰਜਾਬ 'ਚ, ਤਾਂ ਤੁਸੀਂ ਬੱਸ ਦੇ ਅੰਦਰ ਵਿਆਹ ਕਰਨਾ ਕਿ ਬੱਸ ਦੀ ਛੱਤ ਤੇ ਚੜਿਆ ਕਰਨਾ? ਤੁਸੀਂ ਦੱਸੋ। ਇੱਥੋਂ ਤੱਕ ਜਿਹੜੀ ਸਰਕਾਰ ਡਰਾਮਾ ਕਰ ਰਹੀ ਸੀਗੀ, ਇੱਕ ਬੰਨੇ ਆਲ-ਕੇਲ 'ਚ ਭੇਜ ਕੇ ਮੰਗਾਂ ਮੰਨਣ ਦੀ ਪ੍ਰਵਾਨਗੀ ਦੇ ਰਹੀ ਸੀ, ਤੇ ਦੂਜੇ ਬੰਨੇ ਜਿਹੜਾ ਆ ਦਰਬਾਰ ਸਾਹਿਬ ਤੇ ਹਮਲੇ ਕਰਨ ਦੀ ਤਿਆਰੀ ਕਰ ਰਹੀ ਸੀ। ਤੇ ਕੱਦ ਕਿੰਨੇ ਵਧਾਇਆ? ਉਹਦੇ ਪਿੱਛੇ ਜਿਹੜੀ ਹੈ ਕੇਵਲ ਤੇ ਕੇਵਲ ਵੋਟਾਂ ਦੀ ਰਾਜਨੀਤੀ ਸੀ ਇੰਦਰਾ ਗਾਂਧੀ ਦੀ, ਕਿ ਮੈਂ ਸਿੱਖਾਂ ਦਾ ਏਡਾ ਵੱਡਾ ਹਊਆ ਖੜਾ ਕਰਕੇ ਪੂਰੇ ਦੇਸ਼ ਦੇ ਅੰਦਰ, ਤੇ ਬਾਅਦ ਚ ਮੈਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸਬਕ ਸਿਖਾਵਾਂ, ਕ੍ਰਸ਼ ਕਰਾਂ ਕਿ ਮੇਰੀ ਬੱਲੇ ਬੱਲੇ ਹੋ ਜਾਏ। ਉਹਨੇ ਆਪਦੀ ਬੱਲੇ ਬੱਲੇ ਕਰਨ ਦੀ ਖਾਤਰ ਜਿਹੜਾ ਆ ਇਹ ਜਿਹੜਾ ਆ ਲੋਕਾਂ ਨੂੰ ਗੁੰਮਰਾਹ ਕੀਤਾ। ਇੱਕ ਬੰਨੇ ਗੱਲਬਾਤ ਕਰਦੀ ਰਹੀ ਤੇ ਦੂਜੇ ਬੰਨੇ ਤਿਆਰੀ ਕਰਦੀ ਰਹੀ। ਔਰ ਦੂਸਰੀ ਗੱਲ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਟੇਟ ਟੈਰੋਰਿਜ਼ਮ, ਇੱਕ ਆਪਾਂ ਕਹਿ ਦਿੰਦੇ ਆ ਕਿ ਅੱਤਵਾਦ ਹੈ ਜੀ, ਇੱਕ ਸਟੇਟ ਟੈਰੋਰਿਜ਼ਮ ਜਦੋਂ ਵੱਧਦਾ ਆ ਨਾ, ਫਿਰ ਉਹਦਾ ਰਿਐਕਸ਼ਨ ਹੁੰਦਾ ਆ। ਜਦੋਂ ਸਰਕਾਰੀ ਅੱਤਵਾਦ ਹੁੰਦਾ ਆ ਤਾਂ ਫਿਰ ਉਹਦਾ ਜਿਹੜਾ ਆ ਅਗਲੇ ਬੰਨੇ ਪ੍ਰਤੀਕਰਮ ਵੀ ਹੁੰਦਾ ਆ, ਤੇ ਪ੍ਰਤੀਕਰਮ ਹੁੰਦਾ ਰਿਹਾ। ਇਸ ਕੁਦਰਾਵਾਂ ਨੇ ਪ੍ਰਤੀਕਰਮ ਹੁੰਦਾ ਰਿਹਾ। ਜੇ ਸਿੱਖਾਂ ਦੇ ਉੱਤੇ ਜ਼ਿਆਦਤੀਆਂ ਹੁੰਦੀ ਰਿਹਾ, ਜੇ ਤੁਸੀਂ ਉਸ ਸਮੇਂ ਦੇ ਇਤਿਹਾਸ ਨੂੰ ਪੜ੍ਹੋ, ਉਸ ਸਮੇਂ ਦੇ ਵਿੱਚ ਜਾਓਗੇ ਤੇ ਸਰਕਾਰ ਦਾ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਤੇ ਹਮਲੇ ਹੁੰਦੇ ਰਹੇ ਨੇ, ਜਿਸ ਤਰ੍ਹਾਂ ਗਿਣੀ ਮਿੱਥੀ ਸ਼ਾਸਨ ਦੇ ਤਹਿਤ ਜਿਹੜੇ ਟਕਸਾਲ ਨਾਲ ਜੁੜੇ ਹੋਏ ਸੀ, ਜਿਹੜੇ ਧਰਮੀ ਲੋਕ ਸੀ, ਜਿਹੜੇ ਸਿੱਖੀ ਦੀ ਗੱਲ ਕਰਦੇ ਸੀਗੇ, ਹਾਂਜੀ, ਉਹਨਾਂ ਦੇ ਉੱਤੇ ਜ਼ਿਆਦਤੀਆਂ ਹੁੰਦੀਆਂ ਰਹੀਆਂ। ਜਿਸ ਤਰ੍ਹਾਂ ਪੰਜਾਬ ਦੇ ਨਾਲ ਇੰਦਰਾ ਗਾਂਧੀ ਜ਼ਿਆਦਤੀਆਂ ਕਰਦੀ ਰਹੀ, ਔਰ ਦਰਬਾਰਾ ਸਿੰਘ ਦੇ ਰਾਹੀਂ ਜ਼ਿਆਦਤੀ ਕੀਤੀ ਕਿ ਜਿਹੜੇ SYL ਦਾ ਨੀਂਹ ਪੱਥਰ ਆਣ ਕੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਰੱਖ ਕੇ ਗਈ। ਇਹ ਗੱਲਾਂ ਸਾਰੀਆਂ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ, ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਸੰਤ ਜਰਨੈਲ ਸਿੰਘ ਹੋਰੀ ਕੌਣ ਸੀ। ਸੰਤ ਜਰਨੈਲ ਸਿੰਘ ਹੋਰੀ ਸੱਚੀ ਸੁੱਚੀ ਔਰ ਸ਼ਖਸੀਅਤ ਸੀ, ਕਿਸੇ ਦੇ ਵੀ ਨਾ ਤੇ ਉਹ ਵਧਾਇਆ ਵਧੇ ਆ। ਉਹਨਾਂ ਦੀ ਆਪ ਦੀ ਸ਼ਖਸੀਅਤ ਸੀ, ਉਹਨਾਂ ਦੀ ਆਪ ਦੀ ਸੋਚ ਸੀ, ਉਹਨਾਂ ਦੀ ਆਪ ਦੀ ਦ੍ਰਿੜਤਾ ਸੀ। ਲੋਕਾਂ ਦੇ ਵਿੱਚ ਇੱਕ ਵੱਖਰੀ ਕਸ਼ਿਸ਼ ਸੀਗੀ। ਸਾਡੇ ਵਰਗੇ ਨੌਜਵਾਨ ਜਿਹੜੇ ਸੀਗੇ, ਜਿਹੜੇ ਉਸ ਸਮੇਂ ਅਸੀਂ ਟੀਨੇਜਰ ਸੀਗੇ ਇੱਕ ਤਰ੍ਹਾਂ, ਤੇ ਸਾਡੇ ਅਸੀਂ ਤੇ ਅੱਜ ਵੀ ਬਾਬਾ ਜਰਨੈਲ ਸਿੰਘ ਨੂੰ ਦੋਵੇਂ ਟਾਈਮ ਜਿਹੜੀ ਅਰਦਾਸ ਕਰਕੇ ਘਰ ਚੋਂ ਨਿਕਲਦੇ, ਤੇ ਜਦੋਂ ਆਉਣੇ ਉਦੋਂ ਵੀ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦੇ ਆ। ਇਹੋ ਜਿਹੀ ਸ਼ਖਸੀਅਤ ਸੀ। ਉਹਨਾਂ ਦਾ ਕੱਦ ਕੌਣ ਵਧਾ ਸਕਦਾ ਸੀ? ਉਹਨਾਂ ਦਾ ਕੱਦ ਤੇ ਆਪਣੇ ਆਪ 'ਚ ਵਧਿਆ ਹੋਇਆ ਸੀਗਾ। ਉਹਦੇ ਇੱਕ ਅਲੌਕਿਕ ਸ਼ਖਸੀਅਤ ਸਨ। ਠੀਕ ਹੈ
ठीक है वलटोहा साहब, धन्यवाद है गलबात के लिए, शुक्रिया। तो हालांकि इतिहास का जिक्र कर रहे हैं विरसा सिंह वलटोहा, तो लिखिया बहुत कुछ गया है, बहुत सारिया डॉक्यूमेंटरीज बनिया हुई ने, बहुत सारी असी कह लीए कि वार वार जिक्र होंगे, किताबां जिहड़ियां ने लिखिया गई ने ਵੱਖ-ਵੱਖ राइटर्स के वलों। तो उस वेले जो होया उस नूं लैके बहुत सारिया चर्चावां ने। हालांकि ये स्टेटमेंट जिहड़ी है वो वड्डी इस करके है क्योंकि खुद अगवाई जिहड़ी है जनरल कुलदीप बराड़ कर रहे सन और उन्होंने वालों जो ये कहा गया, तो इस नूं लैके इस करके चर्चा जिहड़ी है वो हुई है। अगे बढ़ते हैं इस तो बाद और गल करांगे चंडीगढ़ दे विच G20 मीटिंग की, जिसकी शुरुआत हो चुकी है। केंद्रीय मंत्री नरेंद्र तोमर ने इसकी शुरुआत की है। इंटरनेशनल फाइनेंशियल आर्कीटैक्चर वर्किंग ग्रुप की जिहड़ी है मीटिंग हो रही है। 2 रोज़ा सम्मेलन दे विच 20 देशों के 100 डेलीगेट्स ने जिहड़े हिस्सा ले रहे हैं। ग्रुप का मकसद कमजोर देशों दी मुश्किलों हल करना है। 21वीं सदी दी ग्लोबल चुनौतियों के नाल नजिठण ते विचार चर्चा है। तो ये एक वड्डी प्राप्ति जिहड़ी है वो इस वेले केंद्र सरकार भाजपा मन रही है। जो G20 की मीटिंग जिहड़ी है वो हो रही है, चंडीगढ़ दे विच मीटिंग हो रही है, 2 दिन है, अज ते कल। और खास तौर पर दस दईए कि आज नरेंद्र तोमर पहुंचे हुए ने, केंद्रीय मंत्री पहुंचे हुए ने और शुरुआत जिहड़ी है वो हो चुकी है। के लिए यह गौरव और प्रसन्नता का क्षण है कि जब हम G20 के अध्यक्ष के रूप में अपने देश में इस प्रकार का आयोजन कर पा रहे हैं। G20 की दृष्टि से देश में लगभग 50 स्थानों पर 200 से अधिक बैठकें आयोजित होंगी और इन सब बैठकों में छोटे बड़े लगभग 2 लाख प्रतिनिधि हिंदुस्तान आएंगे। आमतौर पर हम सब जानते हैं कि कोई भी इस प्रकार की बैठकें आयोजित होती ही रहती हैं, लेकिन आमतौर पर कोशिश ये रहती थी कि इस प्रकार की बैठकें दिल्ली में ही संपन्न हो जाए और बहुत अधिक तो हैदराबाद या बेंगलोर तक 1-2 शहरों में संपन्न हो जाए। लेकिन आप सभी जानते हैं कि प्रधानमंत्री जी का बहुआयामी दृष्टिकोण यह देश के विकास और वैभव की यात्रा को भी प्रदर्शित कर रहा है। अगे वधांगे उधर आज नौजवानों को नियुक्ति पत्र वंडे जाएंगे। सीएम मान के वालों नियुक्ति पत्र दिए जाएंगे। PWD विभाग है जिसके कर्मचारियों को नियुक्ति पत्र दिए जाएंगे। सो 188 नव नियुक्ति जेईज जोड़े ने नियुक्ति पत्र दिए जाने ने। PWD विभाग के कर्मचारी ने जिन्होंने नियुक्ति पत्र दिए जाएंगे। सो इस तो पहला भी ਵੱਖ-ਵੱਖ विभागों को नियुक्ति पत्र दिए जा चुके हैं। तो 188 नव नियुक्त यानी कि जिन्हों की न्यू ज्वाइनिंग है, सो उन्होंने नियुक्ति पत्र दिए जा रहे हैं। चंडीगढ़ के म्यूनसिपल भवन के 11 बजे का समागम जिहड़ा है वो रखा गया है। इस तो पहला भी दस दी कि ਵੱਖ-ਵੱਖ डिपार्टमेंट्स ने, भावें वो अध्यापक होण या होर विभागों के नाल संबंधित होण, जिहड़े नवे नौजवान ने उन्होंने नियुक्ति पत्र वंडे गए।